ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲੀ ਸਾਧ ਸੰਗਤ ਜੀ, ਤੁਸੀਂ ਦੇਖ ਰਹੇ ਹੋ ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਆਪਾਂ ਇਹਦੇ ਉੱਪਰ ਗੁਰਬਾਣੀ ਦੀ ਸੰਥਾ ਲੜੀ ਨੂੰ ਸ਼ੁਰੂ ਕੀਤਾ ਹੋਇਆ। ਕਈ ਦਿਨਾਂ ਬਾਅਦ ਅੱਜ ਆਪਾਂ ਦੁਬਾਰਾ ਜੁੜ ਰਹੇ ਹਾਂ। ਪਿਛਲੇ ਹਿੱਸੇ ਵਿੱਚ ਆਪ ਜੀਆਂ ਨੇ ਜੋ ਸਰਵਣ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 36 ਤੋਂ 40 ਨੰਬਰ ਤੱਕ, ਤੇ ਅੱਜ ਆਪਾਂ 41 ਨੰਬਰ ਅੰਕ ਤੋਂ ਸੰਥਾ ਲੜੀ ਜੋ ਹੈ ਉਹਨੂੰ ਸ਼ੁਰੂ ਕਰਨ ਲੱਗੇ ਹਾਂ ਜੀ। 41 ਨੰਬਰ ਅੰਕ ਸ੍ਰੀ ਰਾਗ ਚੱਲ ਰਿਹਾ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸ਼ਬਦ ਹਨ। ਵਿਸ਼ਰਾਮ ਦਾ ਆਪ ਜੀ ਨੇ ਧਿਆਨ ਦੇਣਾ। ਜਿੱਥੇ ਅਸੀਂ ਥੋੜਾ ਪਾਠ ਦੇ ਵਿੱਚ ਪੌਜ਼ ਦੇਵਾਂਗੇ, ਰੋਕਾਂਗੇ, ਉੱਥੇ ਵਿਸ਼ਰਾਮ ਹੋਏਗਾ। ਇਸ ਤੋਂ ਬਿਨਾਂ ਜਿਹੜੀ ਹੋਰ ਉਚਾਰਨ ਦੀ ਸੇਧ ਹੋਏਗੀ ਉਹ ਬੋਲ ਕੇ ਅਸੀਂ ਆਪ ਜੀ ਨੂੰ ਦੱਸ ਦੇਵਾਂਗੇ। ਨਾਲ ਨਾਲ ਆਪ ਜੀ ਨੇ ਨੋਟ ਕਰਦੇ ਰਹਿਣਾ। ਸ੍ਰੀ ਰਾਗ ਮਹਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਉ। ਉੱਤਮ ਪੁਰਖ ਦੀ ਬਾਣੀ ਹੈ। ਹਉ ਉੱਤਮ ਪੁਰਖ ਦਾ ਪੜਨਾਉ ਹੈ। ਪੰਥ ਦਸਾਈ ਨਿਤ ਖੜੀ, ਦਸਾਈ ਪੜ੍ਹਨਾ ਹੈ, ਇਸ ਨੂੰ ਉੱਤਮ ਪੁਰਖ ਦੀ ਕਿਰਿਆ ਹੈ। ਕੋਈ ਪ੍ਰਭ ਦੱਸੇ ਤਿਨ ਜਾਉ, ਜਾਉ ਪੜ੍ਹਨਾ ਹੈ, ਇਸ ਨੂੰ ਉੱਤਮ ਪੁਰਖ ਦੀ ਕਿਰਿਆ ਹੈ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੈ ਲਾਗ ਫਿਰਾਉ, ਫਿਰਾਉ ਉੱਤਮ ਪੁਰਖ ਦੀ ਬਾਣੀ ਹੈ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਨੈ ਕਾ ਚਾਉ। ਮੇਰੇ ਭਾਈ ਜਨਾ ਕੋਈ ਮੋਕਉ, ਹਰ ਪ੍ਰਭ ਮੇਲ ਮਿਲਾਏ। ਹਉ ਸਤਿਗੁਰ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ। ਹਉ ਸਤਿਗੁਰ ਵਿਟੋਂ ਵਾਰਿਆ। ਹਉ ਉੱਤਮ ਪੁਰਖ ਦਾ ਪੜਨਾਉ ਹੈ, ਇਸ ਨੂੰ ਹਉ ਪੜ੍ਹਨਾ ਹੈ, ਇਸ ਨੂੰ ਹਊ ਪਾਠ ਨਹੀਂ ਕਰਨਾ। ਵਿਟੋਂ ਵਾਰਿਆ, ਵਿਟੋਂ ਇਸ ਸੰਬੰਧ ਕੀ ਹੈ ਸਾਧ ਸੰਗਤ, ਤੇ ਇਹਨੂੰ ਵਿਟ ਹੋ ਨਹੀਂ ਪੜ੍ਹਨਾ, ਆਪਾਂ ਇਹਦਾ ਨਾਸਕੀ ਉਚਾਰਨ ਕਰਾਂਗੇ। ਹੋਏ ਨਿਮਾਣੀ ਢਹਿ ਪਵਾਂ, ਪੂਰੇ ਸਤਿਗੁਰ ਪਾਸ ਢਹਿ ਪਵਾਂ ਉੱਤਮ ਪੁਰਖ ਦੀ ਕਿਰਿਆ। ਨਿਮਾਣਿਆ ਗੁਰਮਾਨ ਹੈ, ਗੁਰ ਸਤਿਗੁਰ ਕਰੇ ਸ਼ਾਬਾਸ਼, ਸ਼ਾਬਾਸ਼ ਪੜ੍ਹਨਾ ਹੈ, ਸਾਬਾਸ ਨਹੀਂ ਪੜ੍ਹਨਾ ਆਪਾਂ। ਹਉ ਗੁਰ ਸਾਲਾਹ ਨ ਰੱਜਉ, ਮੈਂ ਮੇਲੇ ਹਰ ਪ੍ਰਭ ਪਾਸ। ਹਉ ਫਿਰ ਉੱਤਮ ਪੁਰਖ ਦਾ ਪੜਨਾਉ ਹੈ। ਗੁਰ ਸਾਲਾਹ ਨ ਰੱਜਉ, ਇਹਨੂੰ ਸਾਲਾਹ ਪੜ੍ਹਨਾ ਹੈ ਸਾਧ ਸੰਗਤ, ਸਾਲਾਹੇ ਪਾਠ ਨਾ ਕਰਿਓ, ਕਿਰਿਆ ਹੈਗੀ ਆ। ਤੇ ਇੱਥੇ ਇਸ ਦੀ ਵਰਤੋਂ ਜਿਹੜੀ ਹੈਗੀ ਆ ਪੂਰਬ ਪੂਰਨ ਕਿਰਦੰਤ ਵਿੱਚ ਕੀਤੀ ਗਈ ਹੈ। ਇਸ ਦਾ ਅਰਥ ਨਿਕਲੇਗਾ ਸਲਾਹ ਕੇ, ਸਿਫਤ ਕਰ ਕਰਕੇ। ਹਉ ਗੁਰ ਸਾਲਾਹ ਨ ਰੱਜਉ, ਭਾਵ ਮੈਂ ਗੁਰੂ ਦੀ ਸਿਫਤ ਕਰ ਕਰਕੇ ਰੱਜਦਾ ਨਹੀਂ ਹਾਂ। ਮਤਲਬ ਜਿੰਨੀ ਵੀ ਸਿਫਤ ਪਾਤਸ਼ਾਹ ਦੀ ਕਰੀਏ ਉਨੀ ਹੀ ਘੱਟ ਹੈ, ਥੋੜ੍ਹੀ ਹੈ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਜੋ ਹਰ ਪ੍ਰਭ ਭਾਣਾ ਸੋ ਥੀਆ, ਧੁਰ ਲਿਖਿਆ ਨ ਮੇਟੈ ਕੋਏ। ਆਪੇ ਸਤਿਗੁਰ ਆਪ ਹਰ, ਆਪੇ ਮਿਲਾਏ। ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੈ ਪਾਏ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲਹਿ ਸਮਾਏ। ਜਲ ਜਲਹਿ ਸਮਾਏ, ਇਹਨੂੰ ਜਲਹਿ ਨਹੀਂ ਪੜ੍ਹਨਾ ਸਾਧ ਸੰਗਤ। ਇਹ ਕਿਰਦੰਤ ਖਿਮਾ ਕਰਨੀ, ਇਹ ਕਾਰਕੀ ਚਿੰਨ ਹੈਗਾ। ਜਦੋਂ ਹਾਹੇ ਨੂੰ ਸਿਹਾਰੀ ਕਿਰਿਆ ਨਾਲ ਆਉਂਦੀ ਹੈ ਉਦੋਂ ਨਾਸਕੀ ਹੋ ਜਾਂਦੀ ਹੈ। ਜਦੋਂ ਹਾਹੇ ਨੂੰ ਸਿਹਾਰੀ ਅੰਤਕਾ ਰੂਪ ਦੇ ਵਿੱਚ ਨਾਮ ਨਾਲ ਆਉਂਦੀ ਹੈ ਉਦੋਂ ਉਹ ਨਾਸਕੀ ਨਹੀਂ ਹੁੰਦੀ। ਇਹ ਧਿਆਨ ਰੱਖਣਾ। ਜਲ ਜਲਹਿ ਸਮਾਏ ਮਤਲਬ ਜਲ ਜਲ ਵਿੱਚ ਸਮਾ ਜਾਂਦਾ ਹੈ। ਸੋ ਇੱਥੇ ਅਧਿਕਰਨ ਕਾਰਕ ਦਾ ਜੋ ਹੈ ਇਹ ਰੂਪ ਬਣ ਜਾਏਗਾ, ਅਰਥ ਦੇਵੇਗਾ। ਸ੍ਰੀ ਰਾਗ ਮਹਲਾ ਚੌਥਾ। ਰਸ ਅੰਮ੍ਰਿਤ ਨਾਮ, ਰਸ ਅਤ ਭਲਾ, ਕਿਤ ਬਿਧ ਮਿਲੈ ਰਸ ਖਾਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਤੁਸਾਂ, ਇਹਨੂੰ ਤੁਸਾ ਨਾ ਪੜਿਓ, ਤੁਸਾਂ ਇਹ ਪੜਨਾਮ ਹੈ ਸਾਧ ਸੰਗਤ, ਮੱਧਮ ਪੁਰਖ ਦਾ ਬਹੁਵਚਨੀ ਪੜਨਾਮ ਹੈ। ਉਹ ਵੇ ਪਰਵਾਹ ਨਾ ਬੋਲਨੀ, ਹਉ ਮਲ ਮਲ ਧੋਵਾਂ ਤਿਨ ਪਾਏ। ਉਹ ਵੇ ਪਰਵਾਹ, ਇੱਥੇ ਵੇ ਪਰਵਾਹ ਸ਼ਬਦ ਬਹੁਵਚਨ ਹੈ ਸਾਧ ਸੰਗਤ। ਇਹਨੂੰ ਆਪਾਂ ਇਹਦਾ ਜੋ ਪੜਨਾਮੀ ਵਿਸ਼ੇਸ਼ਣ ਹੈ ਓਏ,
ਇਹਦਾ ਪਾਠ ਆਮ ਤੌਰ 'ਤੇ ਓਏ ਕੀਤਾ ਜਾਂਦਾ, ਪਰ ਆਪਾਂ ਈੜੀ ਨੂੰ ਸਿਹਾਰੀ ਇਹਨੂੰ ਸਾਈਲੈਂਟ ਮੰਨ ਕੇ ਚੱਲਦੇ ਹਾਂ, ਕਿਉਂਕਿ ਇਹ ਹੈ ਤਾਂ ਪੜਨਾਮ, ਪਰ ਇਹ ਪੜਨਾਮ ਦੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਪਿਛਲੇ ਹਿੱਸੇ ਦੇ ਵਿੱਚ। ਇਹ ਨਿਸ਼ਚਿਤ ਪੜਨਾਮ ਆ, ਬਹੁਵਚਨ ਨਿਸ਼ਚਿਤ ਹੈਗਾ ਆ, ਤੇ ਇਹਦੇ ਨਿਸ਼ਚਿਤ ਰੂਪ ਨੂੰ ਪ੍ਰਗਟ ਕਰਨ ਲਈ ਗੁਰੂ ਮਹਾਰਾਜ ਨੇ ਈੜੀ ਨੂੰ ਸਿਹਾਰੀ ਲਾਈ ਹੋਈ ਹੈ। ਅਨਪੁਰਖ ਦਾ ਨਿਸ਼ਚਿਤ ਪੜਨਾਮ ਬਹੁਵਚਨੀ ਹੈਗਾ। ਨਾ ਬੋਲਣੀ ਹਉ ਮਲ ਮਲ ਧੋਵਾਂ ਤਿੰਨ ਪਾਏ। ਹਉ ਉੱਤਮ ਪੁਰਖ ਦਾ ਪੜਨਾਮ ਹੈ। ਮਲ ਮਲ ਧੋਵਾਂ, ਧੋਵਾਂ ਕਿਰਿਆ ਹੈ ਉੱਤਮ ਪੁਰਖ ਦੀ। ਤਿੰਨ ਪਾਏ, ਪਾਏ ਮਤਲਬ ਪੈਰ, ਇਹਨੂੰ ਪਾਏ ਨਹੀਂ ਪੜ੍ਹਨਾ, ਜੇ ਪਾਏ ਪੜ੍ਹ ਦਿਆਂਗੇ ਫਿਰ ਇਹ ਕਿਰਿਆ ਬਣ ਜਾਏਗਾ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ। ਭਾਈ ਰੇ ਸੰਬੋਧਨੀ ਪੜਨਾਮ, ਸੰਬੋਧਨੀ ਕਾਰਕ ਹੈ। ਭਾਈ ਰੇ ਇੱਥੇ ਵਿਸ਼ਰਾਮ ਦਿਆਂਗੇ। ਮਿਲ ਸੱਜਣ ਹਰ ਗੁਣ ਸਾਰ। ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉਮੈ ਮਾਰ। ਰਹਾਉ ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਵਡ ਭਾਗੀ ਵਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਭਾਏ। ਇਹ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨ ਮੁਖ ਰਹੇ ਬਿਲ ਲਾਏ। ਉਹ ਸਤਿਗੁਰ ਆਗੈ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬਲਾਏ। ਉਹ ਸਤਿਗੁਰ ਆਗੈ ਨਾ ਨਿਵੈ, ਉਹ ਲੋਕ ਸਤਿਗੁਰ ਅੱਗੇ ਨਹੀਂ ਨਿਭਦੇ ਹਨ, ਇਹ ਅਰਥ ਬਣੇਗਾ। ਇਸ ਲਈ ਆਪਾਂ ਓਏ ਸਤਿਗੁਰ ਪਾਠ ਨਹੀਂ ਕਰਾਂਗੇ। ਓਏ ਸਤਿਗੁਰ ਪਾਠ ਇਹਦਾ ਨਹੀਂ ਹੋਏਗਾ, ਉਹ ਸ਼ਬਦ ਇਸ 'ਤੇ ਵਿਸ਼ਰਾਮ ਆਏਗਾ। ਸਤਿਗੁਰ ਆਗੈ ਨਾ ਨਿਵਹਿ, ਨਿਵਹਿ ਬਹੁਵਚਨੀ ਕਿਰਿਆ ਹੈ ਵਰਤਮਾਨ ਕਾਲ ਅਨਪੁਰਖ ਦੀ ਸਾਧ ਸੰਗਤ। ਸੋ ਇਸ ਦਾ ਪਾਠ ਆਪਾਂ ਨਾਸਕੀ ਕਰਾਂਗੇ। ਮਨਮੁਖ ਰਹੇ ਬਿਲ ਲਾਏ। ਤੇ ਆਪ ਜੀ ਲਿਖਦੇ ਹਨ, ਉਹ ਸਤਿਗੁਰ ਆਗੈ ਨਾ ਨਿਵਹਿ, ਉਹਨਾਂ ਅੰਤਰ ਕ੍ਰੋਧ ਬਲਾਏ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਸ੍ਰੀ ਰਾਗ ਮਹਲਾ ਚੌਥਾ। ਦਿਨਸ ਚੜ੍ਹੈ ਫਿਰ ਆਥਵੈ, ਰੈਣ ਸਬਾਈ ਜਾਏ। ਆਪ ਘਟੈ ਨਰ ਨਾ ਬੁਝੈ, ਨਿਤ ਮੂਸਾ ਲਾਜ ਟੁਕਾਏ। ਗੁੜ ਮਿੱਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਪਚੈ ਪਚਾਏ। ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ। ਭਾਈ ਰੇ ਸੰਬੋਧਨੀ ਕਾਰਕ, ਵਿਸ਼ਰਾਮ ਆਏਗਾ ਇਹਦੇ ਉੱਪਰ। ਪੁੱਤ ਕਲਤ ਮੋਹ ਬਿਖ ਹੈ, ਅੰਤ ਬੇਲੀ ਕੋਇ ਨਾ ਹੋਏ। ਰਹਾਉ ਗੁਰਮਤਿ ਹਰ ਲਿਵ ਉਬਰੇ, ਅਲਿਪਤ ਰਹੇ ਸ਼ਰਨਾਏ। ਉਨੀ ਚੱਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰਗਾਹ ਮੰਨੀਐ, ਹਰ ਆਪ ਲਏ ਗਲ ਲਾਏ। ਗੁਰਮੁਖ ਦਰਗਾਹ ਮੰਨੀਐ, ਇਹਨੂੰ ਦਰਗਾਹ ਨਾ ਪੜਿਓ ਸਾਧ ਸੰਗਤ, ਆਮ ਤੌਰ 'ਤੇ ਇਹਨੂੰ ਦਰਗਾਹ ਪੜਿਆ ਜਾਂਦਾ, ਸ਼ਬਦ ਦਰਗਾਹ ਹੈ। ਕਈ ਥਾਵਾਂ 'ਤੇ ਕਾਰਕੀ ਰੂਪ ਬਣਾਉਣ ਵਾਸਤੇ ਦਰਗਾਹ ਸ਼ਬਦ ਦੇ ਅੰਤ ਹਾਹੇ ਨੂੰ ਸਿਹਾਰੀ ਲਈ ਗਈ ਹੈ। ਉਸੇ ਤਰ੍ਹਾਂ ਜਿਵੇਂ ਕਈ ਥਾਵਾਂ 'ਤੇ ਗੁਰ ਦੇ ਰਾਰੇ ਨੂੰ ਔਂਕੜ ਤੇ ਰਾਰੇ ਨੂੰ ਸਿਹਾਰੀ ਆ ਜਾਂਦਾ, ਨਾਨਕ ਸ਼ਬਦ ਦੇ ਕੱਕੇ ਨੂੰ ਔਂਕੜ, ਕੱਕੇ ਨੂੰ ਸਿਹਾਰੀ ਤੇ ਕੱਕਾ ਮੁਕਤਾ ਆ ਜਾਂਦਾ। ਉਸੇ ਤਰ੍ਹਾਂ ਦਰਗਾਹ ਸ਼ਬਦ ਦਾ ਹਾਹਾ ਜਿਹੜਾ ਹੈ, ਕਈ ਥਾਵਾਂ 'ਤੇ ਹਾਹੇ ਨੂੰ ਸਿਹਾਰੀ ਨਾਲ, ਕਈ ਥਾਵਾਂ 'ਤੇ ਹਾਹਾ ਮੁਕਤਾ ਆ ਜਾਂਦਾ ਹੈ। ਨਾਮ ਸ਼ਬਦ ਹੈ। ਗੁਰਮੁਖ ਦਰਗਾਹ ਮੰਨੀਐ, ਹਰ ਆਪ ਲਏ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨ ਕੋਈ ਪਾਏ। ਹਰ ਨਾਮ ਸਲਾਹਨ ਨਾਮ ਮਨ, ਨਾਮ ਰਹਿਨ ਲਿਵ ਲਾਏ। ਅਨਹਦ ਧੁਨੀ ਦਰ ਵੱਜਦੇ, ਦਰ ਸੱਚੈ ਸ਼ੋਭਾ ਪਾਏ। ਜਿਨ ਗੁਰਮੁਖ ਨਾਮ ਸਲਾਹਿਆ, ਤਿਨਾ ਸਭ ਕੋ ਕਹੈ ਸ਼ਾਬਾਸ਼। ਤਿਨ ਕੀ ਸੰਗਤ ਦੇਹ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ, ਜਿਨ ਅੰਤਰ ਨਾਮ ਪ੍ਰਗਾਸ। ਇੱਥੇ ਚੌਥੇ ਪਾਤਸ਼ਾਹ ਦੇ ਸ਼ਬਦ ਉਹਨਾਂ ਦੀ ਸਮਾਪਤੀ ਹੋ ਜਾਂਦੀ ਹੈ। ਅੱਗੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਆਰੰਭ ਹੋ ਜਾਂਦੇ ਹਨ। ਸ੍ਰੀ ਰਾਗ ਮਹਲਾ ਪੰਜਵਾਂ, ਘਰ ਪਹਿਲਾ। ਘਰ ਦੇ ਨਾਲ ਏਕਾ ਲਿਖਿਆ ਹੋਇਆ।
ਇਹਨੂੰ ਆਪਾਂ ਘਰ ਇੱਕ ਨਹੀਂ ਪੜ੍ਹਾਂਗੇ। ਹੁਣ ਤੱਕ ਦੀ ਜੋ ਸੰਥਾ ਪ੍ਰਣਾਲੀ ਚੱਲੀ ਆ ਰਹੀ ਹੈ, ਉਹਨਾਂ ਨੇ ਘਰ ਪਹਿਲਾਂ ਹੀ ਉਚਾਰਨ ਦਿੱਤਾ ਹੋਇਆ ਹੈ, ਇਸ ਲਈ ਆਪਾਂ ਘਰ ਪਹਿਲਾਂ ਹੀ ਪਾਠ ਕਰਾਂਗੇ। ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ, ਰਸ ਭੋਗਹਿ ਖੁਸ਼ੀਆਂ ਕਰਹਿ ਮਾਣੈ ਰੰਗ ਅਪਾਰ, ਬਹੁਤ ਕਰਹਿ ਫੁਰਮਾਇਸ਼ੀ ਵਰਤਹਿ ਹੋਏ ਅਫਾਰ, ਕਰਤਾ ਚਿੱਤ ਨ ਆਵਈ ਮਨਮੁਖ ਅੰਧ ਗਵਾਰ, ਮੇਰੇ ਮਨ ਸੁਖ ਦਾਤਾ ਹਰ ਸੋਏ। ਮੇਰੇ ਮਨ ਸੰਬੋਧਨੀ ਕਾਰਕ ਹੈ, ਵਿਸ਼ਰਾਮ ਲੱਗੇਗਾ। ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਕੱਪੜ ਭੋਗ ਲਪਟਾਇਆ ਰਸ ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ, ਕਿਸ ਹੀ ਚਿੱਤ ਨ ਪਾਵਹੀ ਬਿਸਰਿਆ ਸਭ ਸਾਕ, ਸਿਰਜਣਹਾਰ ਭੁਲਾਇਆ ਵਿਣ ਨਾਵੈ ਨਾ ਪਾਕ। ਵਿਣ ਨਾਵੈ ਆਪਾਦਨ ਕਾਰਕ ਹੈ, ਅਰਥ ਬਣੇਗਾ ਨਾਮ ਤੋਂ ਬਿਨਾ, ਇਸ ਲਈ ਉਚਾਰਨ ਇਸ ਦਾ ਨਾਸਕੀ ਹੋਏਗਾ, ਨਾਵੈ। ਇਹਦਾ ਆਪਾਂ ਉਚਾਰਨ ਕਰਾਂਗੇ। ਲੈਂਦਾ ਬਦ ਦੁਆਏ ਤੂੰ ਲੈਂਦਾ, ਇਹ ਸਾਧ ਸੰਗਤ ਵਰਤਮਾਨ ਕਿਰਦੰਤ ਹੈ, ਇਹਨੂੰ ਲੈਦਾ ਨਹੀਂ ਪੜਾਂਗੇ ਆਪਾਂ, ਲੈਂਦਾ। ਲੈਂਦਾ ਬਦ ਦੁਆਏ ਤੂੰ ਮਾਇਆ ਕਰਹਿ ਇਕੱਤ, ਮਾਇਆ ਕਰਹਿ ਬਹੁਵਚਨੀ ਕਿਰਿਆ ਹੈ ਵਰਤਮਾਨ ਕਾਲ ਅਨਪੁਰਖ ਦੀ, ਇਸ ਲਈ ਆਪਾਂ ਇਸ ਦਾ ਉਚਾਰਨ ਨਾਸਕੀ ਕਰਦੇ ਹਾਂ। ਜਿਸ ਨੂੰ ਤੂੰ ਪਤੀ ਆਏਂਦਾ, ਪਤੀ ਆਏਂਦਾ ਵਰਤਮਾਨ ਕਿਰਦੰਤ ਹੈ, ਤਾਂ ਇਹਦਾ ਉਚਾਰਨ ਵੀ ਪਤੀ ਆਏਂਦਾ ਨਾਸਕੀ ਹੋਏਗਾ, ਪਤੀ ਆਏ ਦਾ ਇੱਦਾਂ ਉਚਾਰਨ ਨਹੀਂ ਹੋਏਗਾ। ਕਿਰਦੰਤ ਰੂਪ ਹੋਣ ਕਰਕੇ ਵਰਤਮਾਨ ਕਾਲ ਦਾ ਤਾਂ ਪਤੀ ਆਏਂਦਾ, ਜਿਵੇਂ ਆਪਾਂ ਕਹਿੰਦੇ ਹਾਂ ਨਾ ਰੋਟੀ ਖਾਂਦਾ, ਕੱਪੜੇ ਪਾਉਂਦਾ, ਇਹ ਉਚਾਰਨ ਨਾਸਕੀ ਹੁੰਦੇ ਆ। ਖਾਦਾ ਪੌਦਾ ਇੱਦਾਂ ਨਹੀਂ ਉਚਾਰਨ ਹੁੰਦੇ। ਇਸੇ ਤਰ੍ਹਾਂ ਸੋ ਇੱਥੇ ਇਹ ਵਰਤਮਾਨ ਕਿਰਦੰਤ ਹੋਣ ਕਰਕੇ ਉਚਾਰਨ ਇਸ ਦਾ ਨਾਸਕੀ ਹੋਏਗਾ। ਜਿਸ ਨੂੰ ਤੂੰ ਪਤੀ ਆਏਂਦਾ ਸੋ ਸਣ ਤੁਜੈ ਅਨਿਤ, ਅਹੰਕਾਰ ਕਰਹਿ ਅਹੰਕਾਰੀਆ, ਅਹੰਕਾਰ ਕਰਹਿ ਨਾਸਕੀ ਉਚਾਰਨ ਹੋਏਗਾ ਕਰਹਿ ਸ਼ਬਦ ਦਾ। ਵਰਤਮਾਨ ਕਾਲ ਦੀ ਬਹੁਵਚਨੀ ਕਿਰਿਆ ਹੈ ਅਨਪੁਰਖ ਦੀ। ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉ ਮੈਂ ਰੋਏ। ਹਉ ਮੈਂ ਪੜਾਂਗੇ ਇਹਨੂੰ, ਹਉ ਮੈਂ ਇੱਦਾਂ ਪਾਠ ਨਹੀਂ ਕਰਾਂਗੇ, ਹਉ ਮੈਂ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨ ਪਾਵੈ ਕੋਏ, ਨਾਨਕ ਰੱਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ। ਰੱਤਾ ਰੰਗ ਹਰ, ਇੱਥੇ ਵਿਸ਼ਰਾਮ ਆਏਗਾ। ਸ੍ਰੀ ਰਾਗ ਮਹਲਾ ਪੰਜਵਾਂ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਖੁਸ਼ੀਆਂ ਪਾਠ ਕਰਾਂਗੇ, ਖੁਸ਼ੀਆ ਇੱਦਾਂ ਪਾਠ ਨਹੀਂ ਕਰਾਂਗੇ, ਖੁਸ਼ੀਆਂ। ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਭਾਈ ਰੇ ਸੁਖ ਸਾਧ ਸੰਗ ਪਾਇਆ, ਲਿਖਿਆ ਲੇਖ ਤਿਨ ਪੁਰਖ ਵਿਧਾਤੈ, ਦੁਖ ਸਹਿਸਾ ਮਿਟ ਗਿਆ ਰਹਾਉ। ਜੇਤੇ ਥਾਨ ਥਨੰਤਰਾਂ ਤੇਤੇ ਭਵ ਆਇਆ, ਧਨ ਪਾਤੀ ਵੱਡ ਭੂਮੀਆਂ, ਮੇਰੀ ਮੇਰੀ ਕਰ ਭਰਿਆ। ਹੁਕਮ ਚਲਾਏ ਨਿਸੰਗ ਹੋਏ, ਵਰਤੈ ਅਫਰਿਆ, ਸਭ ਕੋ ਵਸਗਤ ਕਰ ਲਿਓਨ, ਬਿਨ ਨਾਮੈ ਖਾਕ ਰਲਿਆ। ਕੋਟ 33 ਸੇਵਕਾਂ ਸਿੱਧ ਸਾਧਕ ਦਰ ਖਰਿਆ, ਗਿਰਮਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ। ਸੋ ਇੱਥੇ ਵਿਸ਼ਰਾਮ ਦਾ ਧਿਆਨ ਰੱਖਣਾ ਹੈ। ਗਿਰਮਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ। ਸਭ ਨਖੇੜ ਕੇ ਪੜ੍ਹਨਾ, ਸਭ ਨਾਨਕ ਇਕੱਠਾ ਨਹੀਂ ਪੜ੍ਹਨਾ, ਸਭ ਨਾਨਕ ਸੁਪਨ ਥੀਆ। ਇਹਨੂੰ ਅਨਵੈ ਰੂਪ 'ਚ ਪੜ੍ਹਾਂਗੇ ਤਾਂ ਇੱਦਾਂ ਬਣ ਜਾਏਗਾ, ਨਾਨਕ ਸਭ ਸੁਪਨ ਥੀਆ, ਅਨਵੈ ਰੂਪ ਹੈ ਨਾ। ਤਾਂ ਇਸ ਲਈ ਸਭ ਸ਼ਬਦ ਨੂੰ ਆਪਾਂ ਨਖੇੜ ਕੇ ਪੜ੍ਹਾਂਗੇ, ਸਭ ਨਾਨਕ ਸੁਪਨ ਥੀਆ। ਮਤਲਬ ਨਾਨਕ ਜੀ ਮਹਾਰਾਜ ਕਹਿ ਰਹੇ ਨੇ ਕਿ ਸਭ ਚੀਜ਼ਾਂ ਸੁਪਨ ਹੋ ਜਾਂਦੀਆਂ ਹਨ, ਸੁਪਨੇ ਵਰਗਾ, ਹੈ ਨਾ। ਸੋ ਅੱਗੇ ਸ੍ਰੀ ਰਾਗ ਮਹਲਾ ਪੰਜਵਾਂ, 43 ਨੰਬਰ ਅੰਕ ਸ਼ੁਰੂ ਹੁੰਦਾ ਹੈ। ਭਲਕੇ ਉੱਠ ਪਪੋਲੀਐ ਵਿਣ ਨਾਵੈ, ਵਿਣ ਬੁੱਝੇ ਮੁਗਧ ਅਜਾਨ,
ਸੋ ਪ੍ਰਭ ਚਿਤ ਨ ਆਇਓ ਛੁਟੈਗੀ ਬੇਬਾਨ। ਭਲਕੇ ਉਠ ਪਪੋਲੀਐ, ਵਿਸ਼ਰਾਮ ਆ ਜਾਏਗਾ। ਵਿਣ ਬੁੱਝੇ ਮੁਗਧ ਅਜਾਨ, ਸੋ ਪ੍ਰਭ ਚਿਤ ਨ ਆਇਓ ਛੁਟੈਗੀ ਬੇਬਾਨ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਨ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਪ੍ਰਾਣੀ ਇੱਥੇ ਵਿਸ਼ਰਾਮ, ਇਹ ਸੰਬੋਧਨੀ ਕਾਰਕ ਹੈ। ਤੂੰ ਆਇਆ ਲਾਹਾ ਲੈਣ। ਲੈਣ ਦੇ ਨਾਣੇ ਨੂੰ ਸਿਹਾਰੀ ਹੈ, ਕਿਰਿਆ ਦਾ ਸਰੂਪ ਹੈ, ਇਸ ਲਈ ਸਿਹਾਰੀ ਦੀ ਜਿਹੜੀ ਸਾਊਂਡ ਹੈ, ਧੁਨੀ ਹੈ, ਇੱਥੇ ਸਾਈਲੈਂਟ ਰਹੇਗੀ। ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰੈਣ। ਰਹਾਓ। ਲੱਗਾ ਕਿਤ ਕੋ ਫਕੜੇ, ਇਹਨੂੰ ਲੱਗਾ ਪੜਾਂਗੇ ਆਪਾਂ, ਲਗਾ ਪਾਠ ਨਹੀਂ ਕਰਾਂਗੇ, ਲੱਗਾ ਇੱਦਾਂ ਪਾਠ ਕਰਾਂਗੇ। ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰੈਣ। ਰਹਾਓ। ਕੁਦਮ ਕਰੇ ਪਸ਼ੂ ਪੰਖੀਆਂ, ਦਿਸੈ ਨਾਹੀ ਕਾਲ। ਕੁਦਮ ਕਰੇ ਪਸ਼ੂ ਪੰਖੀਆਂ, ਪੱਪਾ ਸੱਸੇ ਨੂੰ ਔਂਕੜ ਹੈ। ਇੱਥੇ ਸੱਸਾ ਆ ਜਿਹੜਾ ਉਹ ਸ਼ ਦੀ ਧੁਨੀ ਸੱਸੇ ਪੈਰ ਬਿੰਦੀ ਵਾਲੀ ਧੁਨੀ ਦੇਗਾ, ਕਿਉਂਕਿ ਇੱਥੇ ਪਸ਼ੂਆਂ ਦੀ ਗੱਲ ਹੋ ਰਹੀ ਹੈ। ਸੋ ਉਚਾਰਨ ਇਸ ਦਾ ਉਸ ਪਾਸੇ ਨੂੰ ਜਾਏਗਾ। ਕੁਦਮ ਕਰੇ ਪਸ਼ੂ ਪੰਖੀਆਂ, ਪੰਖੀਆਂ ਇਹਨੂੰ ਪੰਖੀਆ ਇੱਦਾਂ ਨਹੀਂ ਪੜ੍ਹਨਾ, ਪੰਖੀਆਂ ਬਹੁਵਚਨੀ ਸ਼ਬਦ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਨਾਸਕੀ ਕਰਾਂਗੇ। ਦਿਸੈ ਨਾਹੀ ਕਾਲ, ਓਤੈ ਸਾਥ ਮਨੁੱਖ ਹੈ। ਓਤੈ ਇਹਨੂੰ ਓਥੈ ਨਹੀਂ ਪੜ੍ਹਨਾ, ਤੱਤਾ ਸ਼ਬਦ ਆ, ਤ ਦਾ ਉਚਾਰਨ ਆਪਾਂ ਕਰਾਂਗੇ। ਓਤੈ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਮੁਕਤੇ ਸੇਈ ਭਾਲੀ ਐ, ਜੇ ਸੱਚਾ ਨਾਮ ਸੰਭਾਲ। ਜੋ ਕਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹਿ। ਜਿੱਥੈ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ। ਫਾਥੇ ਸੇਈ ਨਿਕਲੇ, ਜੇ ਗੁਰ ਕੀ ਪੈਰੀ ਪਾਹੇ। ਜੇ ਗੁਰ ਕੀ ਪੈਰੀ ਪਾਹੇ, ਜੱਜੇ ਨੂੰ ਸਿਹਾਰੀ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਲਮਕਾ ਕੇ ਨਹੀਂ ਕਰਾਂਗੇ, ਲਘੂ ਉਚਾਰਨ ਹੋਏਗਾ। ਜੇ ਬਸ ਇੰਨਾ ਕਿ ਜੇ ਇਹਦਾ ਦੀਰਘ ਉਚਾਰਨ ਨਹੀਂ ਹੋਏਗਾ। ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨ ਸਕਈ, ਦੂਜਾ ਕੋ ਨ ਦਿਖਾਏ। ਚਾਰੇ ਕੁੰਡਾਂ ਭਾਲ ਕੈ, ਆਏ ਪਿਆ ਸ਼ਰਨਾਏ। ਨਾਨਕ ਸੱਚੈ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਵਿਸ਼ਰਾਮ ਦਾ ਧਿਆਨ ਰੱਖਣਾ। ਨਾਨਕ ਇੱਥੇ ਵਿਸ਼ਰਾਮ ਆਏਗਾ। ਸੱਚੈ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਪਾਤਸ਼ਾਹ ਹਾਹੇ ਨੂੰ ਸਿਹਾਰੀ ਹੈ, ਇਹ ਕਾਰਕੀ ਚਿੰਨ੍ਹ ਹੈ ਇਸ ਦਾ, ਕਰਤਾ ਕਾਰਕ। ਅਰਥ ਬਣੇਗਾ ਸੱਚੇ ਪਾਤਸ਼ਾਹ ਨੇ ਡੁੱਬਦਾ ਲਿਆ ਕਢਾਏ, ਡੁੱਬਦੇ ਹੋਏ ਨੂੰ ਕਢਾ ਲਿਆ, ਕੱਢ ਲਿਆ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ। ਇਸ ਲਈ ਆਪਾਂ ਇਸ ਦਾ ਉਚਾਰਨ ਸੱਚੈ ਪਾਤਸ਼ਾਹ ਇੱਦਾਂ ਕਰਾਂਗੇ। ਸੱਚੈ ਪਾਤਸ਼ਾਹ ਹੈ ਇਹ ਉਚਾਰਨ ਨਹੀਂ ਹੋਏਗਾ। ਹਾਹਾ ਆਪਣਾ ਮੂਲਕ ਅੰਗ ਵਜੋਂ ਆਇਆ ਹੈ ਤੇ ਉਹਨੂੰ ਸਿਹਾਰੀ ਕਰਤਾ ਕਾਰਕ ਕਰਕੇ ਆਈ ਹੈ। ਸੋ ਹਾਹੇ ਦੀ ਸਿਹਾਰੀ ਉਚਾਰਨ ਦਾ ਸੂਚਕ ਨਹੀਂ ਹੈ, ਇੱਥੇ ਅਰਥਾਂ ਦਾ ਸੂਚਕ ਹੈ, ਇਸ ਦੇ ਵਿਧੀ ਵਿਧਾਨ ਦਾ ਸੂਚਕ ਹੈ। ਇਹਨੂੰ ਕਰਤਾ ਕਾਰਕ ਬਣਾ ਦਿੰਦੀ ਹੈ ਪਾਤਸ਼ਾਹ ਸ਼ਬਦ ਨੂੰ, ਤੇ ਅਰਥ ਨਿਕਲਦਾ ਹੈ ਸੱਚੇ ਪਾਤਸ਼ਾਹ ਦਾ, ਸੱਚੇ ਪਾਤਸ਼ਾਹ ਨੇ। ਅੱਗੇ ਸ਼ਬਦ ਸ਼ੁਰੂ ਹੈ ਜੀ। ਸ੍ਰੀ ਰਾਗ ਮਹਲਾ ਪੰਜਵਾਂ। ਘੜੀ ਮੋਹਤ ਕਾ ਪਾਹੁਣਾ, ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ, ਸਮਝੈ ਨਾਹੀ ਗਾਵਾਰ। ਗਾਵਾਰ ਰਾਰੇ ਨੂੰ ਔਂਕੜ ਹੈ, ਸਵਾਰਨ ਹਾਰ ਦੇ ਰਾਰੇ ਨੂੰ ਔਂਕੜ ਹੈ। ਇੱਕ ਵਚਨ ਪੁਲਿੰਗ ਦੀ ਸੂਚਕ ਹੈ, ਉਚਾਰਨ ਦਾ ਹਿੱਸਾ ਨਹੀਂ ਹੋਏਗੀ। ਉੱਠ ਚੱਲਿਆ ਪਛਤਾਇਆ, ਪਰਿਆ ਵਸ ਜੰਦਾਰ। ਪਰਿਆ ਵਸ ਸੱਸੇ ਨੂੰ ਸਿਹਾਰੀ ਹੈ ਤੇ ਇਸ ਦੇ ਸੰਬੰਧਕੀ ਰੂਪ ਦਾ ਚਿੰਨ੍ਹ ਹੈ, ਉਚਾਰਨ ਦਾ ਹਿੱਸਾ ਨਹੀਂ ਹੋਏਗੀ। ਅੰਧੇ ਤੂੰ ਬੈਠਾ ਕੰਧੀ ਪਾਹੇ। ਅੰਧੇ ਸੰਬੋਧਨੀ ਕਾਰਕ ਹੈ, ਇੱਥੇ ਵਿਸ਼ਰਾਮ ਆਏਗਾ। ਤੂੰ ਬੈਠਾ ਕੰਧੀ ਪਾਹੇ, ਪਾਹੇ ਇੱਦਾਂ ਉਚਾਰਨ ਨਹੀਂ ਕਰਨਾ, ਪਾਹੇ। ਹਾਹੇ ਨੂੰ ਸਿਹਾਰੀ ਹੈ ਜਿਹੜੀ ਲਘੂ ਮਾਤਰਾ ਹੈ, ਇਹਦਾ ਉਚਾਰਨ ਦੀਰਘ ਨਹੀਂ ਕਰਨਾ ਹੈ। ਪੱਪੇ ਨੂੰ ਕੰਨਾ, ਇਹ ਦੀਰਘ ਮਾਤਰਾ ਹੈ, ਇਹ ਉਚਾਰਨ ਲੰਮਾ ਹੋਏਗਾ। ਪਾਹੇ ਬਸ ਇੰਨਾ ਉਚਾਰਨ ਹੋਏਗਾ। ਜੇ ਹੋ ਵੀ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਹੇ। ਰਹਾਓ। ਹਰੀ ਨਾਹੀ ਨਹ ਡਡੂਰੀ, ਪੱਕੀ ਵੱਢਣ ਹਾਰ। ਡਡੂਰੀ ਪੜ੍ਹਨਾ ਹੈ ਇਸ ਨੂੰ, ਡੁਡਰੀ ਨਹੀਂ ਪੜ੍ਹਨਾ, ਡਡੂਰੀ। ਲੈ ਲੈ ਦਾਤ ਪਹੁੰਚਿਆ, ਲਾਵੇ ਕਰ ਤੈਯਾਰ। ਜਾਂ ਹੁਕਮ ਹੋਆ ਕਿਰਸਾਨ ਦਾ,
ਤਾਂ ਲੁਣ ਮਿਣਿਆ ਖੇਤਾਰ, ਜਾਂ ਤੇ ਤਾਂ ਇੱਥੇ ਯੋਜਕੀ ਰੂਪ ਹਨ, ਇਸ ਲਈ ਇਹਨਾਂ ਦਾ ਉਚਾਰਨ ਨਾਸਕੀ ਹੋਏਗਾ। ਪੜਨਾਮੀ ਰੂਪ ਨਹੀਂ ਹਨ ਤਾਂ ਨਾਸਕੀ ਉਚਾਰਨ ਆਪਾਂ ਕਰਾਂਗੇ। ਜਾਂ ਹੁਕਮ ਹੋਆ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਪਹਿਲਾ ਪਹਿਰ ਧੰਦੈ ਗਿਆ, ਦੂਜੈ ਭਰ ਸੋਇਆ, ਤੀਜੈ ਝਾਖ ਚਖਾਇਆ, ਚੌਥੈ ਭੋਰ ਭਇਆ। ਕਦ ਹੀ ਚਿੱਤ ਨ ਆਇਓ, ਜਿਨ ਜੀਓ ਪਿੰਡ ਦੀਆ। ਜਿਨ ਨੰਨੇ ਨੂੰ ਸਿਹਾਰੀ ਹੈ, ਜਿਨ ਦੇ ਕਰਤਾ ਕਾਰਕ ਰੂਪ ਹੈ, ਇਸ ਦਾ ਪੜਨਾਮ ਸ਼ਬਦ ਹੈ ਇੱਕ ਵਚਨ ਦਾ, ਤੇ ਨੰਨੇ ਨੂੰ ਸਿਹਾਰੀ ਉਚਾਰਨ ਦਾ ਹਿੱਸਾ ਨਹੀਂ ਹੈ। ਇਸ ਦਾ ਅਰਥ ਨਿਕਲੇਗਾ ਜਿਸ ਨੇ। ਜਿਨ ਜੀਓ ਪਿੰਡ ਦੀਆ ਮਤਲਬ ਜਿਸ ਨੇ ਜੀਓ ਤੇ ਪਿੰਡ, ਸਾਹ ਤੇ ਸਰੀਰ ਦਿੱਤਾ ਹੋਇਆ ਹੈ। ਸਾਧ ਸੰਗਤ ਕਉ ਵਾਰਿਆ, ਜੀਓ ਕੀਆ ਕੁਰਬਾਨ। ਕੁਰਬਾਨ ਨਾਣੇ ਨੂੰ ਔਂਕੜ ਹੈ, ਇੱਕ ਵਚਨ ਪੁਲਿੰਗ ਦਾ ਸੂਚਕ, ਉਚਾਰਨ ਦਾ ਹਿੱਸਾ ਨਹੀਂ ਹੈ। ਜਿਸ ਤੇ ਸੋਝੀ ਮਨ ਪਈ, ਮਨ ਨੰਨੇ ਨੂੰ ਸਿਹਾਰੀ ਹੈ, ਅਧਿਕਾਰ ਨਿਕਾਰਕ ਬਣ ਜਾਂਦਾ ਹੈ। ਅਰਥ ਨਿਕਲਦਾ ਹੈ ਮਨ ਅੰਦਰ ਸੋਝੀ ਪਈ, ਉਚਾਰਨ ਦਾ ਹਿੱਸਾ ਨਹੀਂ ਹੋਏਗੀ। ਮਿਲਿਆ ਪੁਰਖ ਸੁਜਾਨ, ਪੁਰਖ ਅਤੇ ਸੁਜਾਨ ਅੰਤ ਵਿੱਚ ਖਖੇ ਨੂੰ ਤੇ ਨਾਣੇ ਨੂੰ ਔਂਕੜ ਲੱਗਿਆ ਹੋਇਆ ਹੈ, ਇੱਕ ਵਚਨ ਪੁਲਿੰਗ ਦਾ ਸੂਚਕ। ਨਾਨਕ ਡਿਠਾ ਸਦਾ ਨਾਲ, ਨਾਨਕ ਵਿਸ਼ਰਾਮ ਡਿਠਾ ਸਦਾ ਨਾਲ। ਹਰ ਅੰਤਰ ਜਾਮੀ ਜਾਨ। ਸ੍ਰੀ ਰਾਗ ਮਹਲਾ ਪੰਜਵਾਂ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਸਭੇ ਗੱਲਾਂ, ਇਹਨੂੰ ਗੱਲਾਂ ਪਾਠ ਕਰਾਂਗੇ ਆਪਾਂ, ਅਰਥ ਬਣੇਗਾ ਬਾਕੀ ਸਾਰੀਆਂ ਗੱਲਾਂ, ਬਹੁਵਚਨ ਅਰਥ ਬਣੇਗਾ ਇਸ ਦਾ। ਇਹਨੂੰ ਗਲਾ ਪਾਠ ਨਹੀਂ ਕਰਾਂਗੇ ਆਪਾਂ, ਨਾ ਹੀ ਗਲਾ ਪਾਠ ਕਰਾਂਗੇ, ਨਾ ਹੀ ਗੱਲਾਂ ਪਾਠ ਕਰਾਂਗੇ। ਤੋ ਇੱਥੇ ਉਚਾਰਨ ਹੋਏਗਾ ਗੱਲਾਂ। ਸਭੇ ਗੱਲਾਂ ਵਿਸਰਨ, ਸਭੇ ਸਭੇ ਨਹੀਂ ਸਭੇ ਗੱਲਾਂ ਮਤਲਬ ਸਾਰੀਆਂ ਹੀ ਗੱਲਾਂ। ਵਿਸਰਨ ਇੱਕੋ ਵਿਸਰ ਨਾ ਜਾਓ, ਇੱਕੋ ਵਿਸਰ ਨਾ ਜਾਓ। ਨਾ ਨੰਨਾ ਮੁਕਤਾ ਲਿਖਿਆ ਹੋਇਆ, ਇਸ ਦਾ ਉਚਾਰਨ ਵੀ ਵੱਖਰਾ ਹੀ ਹੋਏਗਾ। ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਏ ਕੈ, ਗੁਰ ਨਾਮ ਦੀਆ ਸੱਚ ਸੁਆਓ। ਧੰਦਾ ਸਭ ਜਲਾਏ ਕੈ, ਇੱਥੇ ਵਿਸ਼ਰਾਮ ਆਏਗਾ। ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਇਹ ਕਰਤਾ ਕਾਰਕ ਬਣ ਜਾਏਗਾ। ਰਾਰੇ ਨੂੰ ਸਿਹਾਰੀ ਇੱਥੇ ਉਚਾਰਨ ਦਾ ਹਿੱਸਾ ਨਹੀਂ ਹੈ। ਸਾਧ ਸੰਗਤ ਇਸ ਦੇ ਕਾਰਕੀ ਚਿੰਨ੍ਹ ਵਜੋਂ ਆਈ ਹੈ। ਅਰਥ ਬਣੇਗਾ ਗੁਰੂ ਜੀ ਨੇ ਦਾ ਅਰਥ ਇੱਥੋਂ ਸਿਹਾਰੀ ਵਿੱਚੋਂ ਨਿਕਲੇਗਾ। ਗੁਰ ਨਾਮ ਦੀਆ ਸੱਚ ਸੁਆਓ। ਗੁਰ ਸ਼ਬਦ ਵੀ ਆਪਾਂ ਨਖੇੜ ਕੇ ਤੁਕ ਵਿੱਚੋਂ ਵੱਖਰਾ ਕਰਕੇ ਫੜਾਂਗੇ, ਜਿਵੇਂ ਕਿ ਧੰਦਾ ਸਭ ਜਲਾਏ ਕੈ, ਗੁਰ ਨਾਮ ਦੀਆ ਸੱਚ ਸੁਆਓ, ਇੱਦਾਂ ਪਾਠ ਕਰਾਂਗੇ। ਆਸਾਂ ਸਭੇ ਲਾਹ ਕੈ, ਇੱਕਾ ਆਸ ਕਮਾਓ। ਆਸਾਂ, ਇਹਨੂੰ ਆਸਾ ਪਾਠ ਨਹੀਂ ਕਰਨਾ। ਆਸਾ ਤਾਂ ਰਾਗ ਦਾ ਨਾਮ ਆ, ਇੱਥੇ ਆਸਾਂ ਦੀ ਗੱਲ ਹੋ ਰਹੀ ਹੈ। ਬਹੁਵਚਨ ਨਾਮ ਹੈ ਇਹ, ਵਿਸ਼ੇਸ਼ਣ ਰੂਪ ਦਾ। ਸੋ ਇੱਥੇ ਕਰਤਾ ਕਾਰਕ ਰੂਪ ਦੇ ਵਿੱਚ ਇਸ ਨੂੰ ਵਰਤਿਆ ਗਿਆ ਹੈ, ਤਾਂ ਇੱਥੇ ਆਪਾਂ ਇਸ ਦਾ ਉਚਾਰਨ ਕਰਾਂਗੇ ਆਸਾਂ। ਬਹੁਵਚਨ ਉਚਾਰਨ ਇਸ ਦਾ ਹੋਏਗਾ। ਆਸਾਂ ਸਭੇ ਲਾਹਕ ਹੈ, ਕਰਮ ਕਰਕੇ ਕਿਵੇਂ ਕਰਨੀ। ਆਸਾਂ ਸਭੇ ਲਾਹਕ ਹੈ, ਇਹਨੂੰ ਲਾਹੇ ਨਹੀਂ ਪੜਾਂਗੇ, ਲਾਹਕ ਹੈ। ਇੱਕਾ ਆਸ ਕਮਾਓ, ਜਿਨੀ ਸਤਿਗੁਰ ਸੇਵਿਆ, ਤਿਨ ਅੱਗੇ ਮਿਲਿਆ ਥਾਉ। ਮਨ ਮੇਰੇ ਕਰਤੇ ਨੂੰ ਸਾਲਾਹ, ਮਨ ਮੇਰੇ, ਇੱਥੇ ਵਿਸ਼ਰਾਮ ਆਏਗਾ ਕਿਉਂਕਿ ਸੰਬੋਧਨੀ ਕਾਰਕ ਹੈ। ਕਰਤੇ ਨੂੰ ਸਾਲਾਹ, ਸਭੇ ਛੱਡ ਸਿਆਣਪਾਂ। ਸਭੇ ਛੱਡ ਸਿਆਣਪਾਂ, ਛੱਡ ਪਾਠ ਕਰਾਂਗੇ। ਸਿਆਣਪਾਂ ਬਹੁਵਚਨ ਹੈ, ਇੱਦਾਂ ਹੀ ਆਪਾਂ ਨਾਸਕੀ ਉਚਾਰਨ ਕਰਾਂਗੇ ਇਸ ਦਾ। ਗੁਰ ਕੀ ਪੈਰੀ ਪਾਹ ਰਹਾਓ। ਗੁਰ ਕੀ ਪੈਰੀ, ਪੈਰੀ ਪਾਠ ਕਰਾਂਗੇ, ਹੈ ਨਾ। ਪੈਰੀ ਸ਼ਬਦ ਇੱਥੇ ਬਹੁਵਚਨ ਹੈ। ਗੁਰ ਕੀ ਪੈਰੀ ਪਾਹ ਰਹਾਓ। ਦੁੱਖ ਭੁੱਖ ਨਹ ਵਿਆਪਈ, ਨਹ ਨੰਨਾ ਹਾਹਾ, ਇਹਨੂੰ ਨਹਿ ਪਾਠ ਨਹੀਂ ਕਰਨਾ, ਇਹਦਾ ਉਚਾਰਨ ਕਰਾਂਗੇ ਆਪਾਂ ਨਹ। ਨੰਨਾ ਦਾ ਉਚਾਰਨ ਨ, ਹਾਹੇ ਦਾ ਉਚਾਰਨ ਹ, ਨਹ, ਬਸ ਇੰਨਾ ਉਚਾਰਨ। ਜੇ ਸੁਖ ਦਾਤਾ ਮਨ ਹੋਏ, ਕਿਤ ਹੀ ਕੰਮ ਨ ਸਿਜੀਐ। ਜਾਂ ਹਿਰਦੈ ਸੱਚਾ ਸੋਏ, ਜਾਂ ਹਿਰਦੈ ਸੱਚਾ ਯੋਜਕੀ ਰੂਪ ਜਾਂ ਪਾਠ ਕਰਾਂਗੇ। ਜਿਸ ਤੂੰ ਰੱਖੈ ਹੈ ਹੱਥ ਦੇ, ਰੱਖੈ ਕਿਰਿਆ ਹੈ ਵਰਤਮਾਨ ਕਾਲ, ਅਨਪੁਰਖ ਦੀ ਬਹੁਵਚਨੀ ਹੈ, ਇਸ ਲਈ ਇਸ ਦਾ ਉਚਾਰਨ ਨਾਸਕੀ ਹੋਏਗਾ। ਜਿਸ ਤੂੰ ਰੱਖੈ ਹੈ ਹੱਥ ਦੇ, ਤਿਸ ਮਾਰ ਨ ਸਕੈ ਕੋਏ। ਸੁਖ ਦਾਤਾ ਗੁਰ ਸੇਵੀਐ, ਸਭ ਅਵਗਣ ਕੱਢੈ ਧੋਏ। ਸੇਵਾ ਮੰਗੈ ਸੇਵਕੋ,
ਲਾਈਆ ਆਪਣੀ ਸੇਵ, ਲਾਈਆ ਆਪਣੀ ਸੇਵ। ਸੋ ਇੱਦਾਂ ਆਪਾਂ ਇਸ ਦਾ ਪਾਠ ਕਰਾਂਗੇ, ਲਾਈਆਂ ਆਪਣੀ ਸੇਵ। ਸਾਧੂ ਸੰਗ ਮਸ਼ੱਕਤੇ ਤੁਠੈ ਪਾਵਾਂ ਦੇਵ। ਸਾਧੂ ਸੰਗ ਮਸ਼ੱਕਤੇ, ਸੱਸਾ ਦਾ ਉਚਾਰਨ ਹੈ ਜਿਹੜਾ ਉਹ ਸ਼ ਰੂਪ ਚ ਹੋਏਗਾ, ਬਿੰਦੇ ਵਾਲਾ, ਪੈਰ ਬਿੰਦੇ ਵਾਲਾ ਉਚਾਰਨ ਹੋਏਗਾ, ਮਸ਼ੱਕਤੇ। ਤੁਠੈ ਪਾਵਾਂ ਦੇਵ, ਪਾਵਾਂ ਉੱਤਮ ਪੁਰਖ ਦੀ ਕਿਰਿਆ ਹੈ, ਵਰਤਮਾਨ ਕਾਲ ਦੀ, ਇੱਕ ਵਚਨੀ, ਇਸ ਲਈ ਇਸ ਦਾ ਉਚਾਰਨ ਨਾਸਕੀ ਹੋਏਗਾ। ਤੁਠੈ ਪਾਵਾਂ ਦੇਵ। ਅੱਗੇ 44 ਨੰਬਰ ਅੰਕ ਸ਼ੁਰੂ ਹੋ ਰਿਹਾ ਹੈ। ਸਭ ਕਿਛ ਵਸਗਤ ਸਾਹਿਬੈ, ਆਪੇ ਕਰਨ ਕਰੇਵ। ਸਤਿਗੁਰ ਕੈ ਬਲਿਹਾਰਣੈ, ਮਨਸਾ ਸਭ ਪੂਰੇਵ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਇਕ ਸਹਿ ਦੀ ਸਾਮਗਰੀ, ਇਕ ਸਹਿ ਦੀ ਹੈ ਰੀਤ। ਇਕ ਸਿਉ ਮਨ ਮਾਨਿਆ, ਤਾਂ ਹੋਆ ਨਿਹਚਲ ਚੀਤ। ਤਾਂ ਹੋਆ, ਤਾਂ ਯੋਜਕੀ ਰੂਪ ਹੈ। ਸੱਚ ਖਾਣਾ, ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਸੱਚ ਖਾਣਾ, ਸੱਚ ਪਹਿਨਣਾ, ਇੱਥੇ ਵਿਸ਼ਰਾਮ ਆਏਗਾ। ਟੇਕ ਸ਼ਬਦ ਨੂੰ ਆਪਾਂ ਨਖੇੜ ਕੇ ਪੜਾਂਗੇ, ਟੇਕ ਨਾਨਕ ਸੱਚ ਕੀਤ। ਸ੍ਰੀ ਰਾਗ ਮਹਲਾ ਪੰਜਵਾਂ। ਸਭੇ ਥੋਕ ਪ੍ਰਾਪਤੇ, ਜੇ ਆਵੈ ਇੱਕ ਹੱਥ। ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕਥ। ਸੱਚਾ ਸ਼ਬਦ ਪਾਠ ਕਰਾਂਗੇ, ਕਥ। ਕੱਕਾ ਥੱਥੇ ਨੂੰ ਸਿਹਾਰੀ ਹੈ, ਇਸ ਦਾ ਉਚਾਰਨ ਹੋਏਗਾ ਕਥ। ਗੁਰ ਤੇ ਮਹਿਲ ਪ੍ਰਾਪਤੇ, ਜਿਸ ਲਿਖਿਆ ਹੋਵੈ ਮਥ। ਮਥ ਪਾਠ ਹੋਏਗਾ, ਮਤਲਬ ਮੱਥੇ ਉੱਪਰ। ਮੇਰੇ ਮਨ ਏਕਸ ਸਿਉ ਚਿੱਤ ਲਾਏ, ਇਹ ਰਹਾਉ ਦੀ ਤੁਕ ਹੈ। ਆਮ ਕੀਰਤਨ ਇਹ ਸ਼ਬਦ ਦਾ ਆਪ ਜੀ ਸੁਣੋਗੇ ਤਾਂ ਰਹਾਉ ਦੀ ਤੁਕ ਨੂੰ ਅਸਥਾਈ ਨਹੀਂ ਬਣਾਇਆ ਜਾਂਦਾ, ਅਗਲੇ ਪਦੇ ਨੂੰ ਅਸਥਾਈ ਬਣਾ ਲਿਆ ਜਾਂਦਾ ਹੈ। ਰਹਾਉ ਦੀ ਤੁਕ ਨੂੰ ਬਹੁਤ ਘੱਟ ਕੀਰਤਨੀਏ, ਕੋਈ ਵਿਰਲਾ ਕੀਰਤਨੀਆ ਹੋਏਗਾ ਸਿੱਖ ਪੰਥ ਦਾ, ਜੋ ਗੁਰਬਾਣੀ ਦਾ ਕੀਰਤਨ ਕਰਨ ਵੇਲੇ ਜਦੋਂ ਸ਼ਬਦ ਨੂੰ ਗਾਇਨ ਕਰਕੇ ਸੰਗਤ ਨੂੰ ਸੁਣਾਉਂਦੇ ਨੇ, ਤਾਂ ਉਸ ਵੇਲੇ ਰਹਾਉ ਦੀ ਤੁਕ ਨੂੰ ਟੇਕ ਮੰਨ ਕੇ ਅਸਥਾਈ ਬਣਾ ਕੇ ਸ਼ਬਦ ਨੂੰ ਗਾਇਨ ਕਰਕੇ ਸੰਗਤ ਨੂੰ ਸੁਣਾਉਂਦੇ ਹੋਣ। ਨਹੀਂ ਤੇ ਜਿੱਥੋਂ ਜੇ ਠੀਕ ਲੱਗਦਾ ਸ਼ਬਦ ਵਿੱਚੋਂ ਆਪਣੀ ਮਨਮਰਜ਼ੀ ਨਾਲ ਤੁਕ ਨੂੰ ਜੋ ਹੈ ਸਥਾਈ ਬਣਾ ਲਿਆ ਜਾਂਦਾ ਹੈ, ਤੇ ਸ਼ਬਦ ਦਾ ਮੂਲ ਅਰਥ ਭਾਵ ਜੋ ਹੁੰਦਾ ਹੈ ਇਸ ਤਰੀਕੇ ਨਾਲ ਉਹ ਗੁਆਚ ਜਾਂਦਾ ਹੈ। ਮੇਰੇ ਮਨ ਵਿਸ਼ਰਾਮ, ਕਿਉਂਕਿ ਸੰਬੋਧਨੀ ਕਾਰਕ ਹੈ, ਮਨ ਨੂੰ ਸੰਬੋਧਨ ਹੋ ਕੇ ਗੱਲ ਆਖੀ ਜਾ ਰਹੀ ਹੈ। ਏਕਸ ਸਿਉ ਚਿੱਤ ਲਾਏ, ਸਿਉ ਪਾਠ ਕਰਨਾ ਨਾਲ ਸੰਬੰਧਕੀ ਰੂਪ ਹੈ ਇਸ ਦਾ। ਸਿਉ ਏਦਾਂ ਪਾਠ ਨਹੀਂ ਕਰਨਾ ਆਪਾਂ, ਸਿਉ। ਏਕਸ ਬਿਨ ਸਭ ਧੰਦ ਹੈ, ਏਕਸ ਬਿਨ ਵਿਸ਼ਰਾਮ ਸਭ ਧੰਦ ਹੈ। ਸਭ ਮਿਥਿਆ ਮੋਹ ਮਾਏ ਰਹਾਉ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਲੱਖ ਖੁਸ਼ੀਆਂ, ਇਹਨੂੰ ਵੀ ਖੁਸ਼ੀਆਂ ਬਹੁਵਚਨ ਹੈ, ਖੁਸ਼ੀਆਂ ਪਾਠ ਕਰਾਂਗੇ ਆਪਾਂ ਇਸ ਦਾ। ਪਾਤਸ਼ਾਹੀਆਂ, ਪਾਤਸ਼ਾਹੀਆਂ ਪਾਠ ਹੋਏਗਾ, ਪਾਤਸ਼ਾਹੀਆ ਪਾਠ ਨਹੀਂ ਹੋਏਗਾ, ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਕਰੇ ਆਪਾਂ ਉਚਾਰਨ ਕਰਾਂਗੇ ਇਸ ਦਾ। ਕੱਕਾ ਰਾਰੇ ਨੂੰ ਲਾਵਾਂ, ਈੜੀ ਨੂੰ ਬਿਹਾਰੀ ਹੈ ਇੱਥੇ। ਕਿਰਿਆਵੀ ਰੂਪ ਹੈ ਇਸ ਦਾ। ਜੋ ਸਰੂਪ ਹੈ ਉਹ ਆਪਣਾ ਸੰਭਾਵੀ ਭਵਿੱਖ ਕਾਲ ਦੀ ਕਿਰਿਆ ਇਸ ਨੂੰ ਬਣਾ ਦਿੰਦਾ ਹੈ। ਮਤਲਬ ਜੇ ਸਤਿਗੁਰੂ ਨਦਰ ਕਰ ਦੇਵੇ ਤਾਂ ਗੁਰੂ ਸਾਹਿਬ ਦੀ ਨਦਰ ਵਿੱਚੋਂ ਲੱਖਾਂ ਹੀ ਖੁਸ਼ੀਆਂ, ਲੱਖਾਂ ਹੀ ਪਾਤਸ਼ਾਹੀਆਂ, ਜਿੰਨਾ ਸਕੂਨ ਪ੍ਰਾਪਤ ਹੁੰਦਾ ਹੈ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਨਿਮਖ ਏਕ ਹਰ ਨਾਮ ਦੇ, ਹਰ ਨਾਮ, ਨਾਮ ਦੇ ਮੰਮੇ ਨੂੰ ਔਂਕੜ ਹੈ, ਇੱਕ ਵਚਨ ਦੇ, ਦੱਦੇ ਲਾਵਾ ਈੜੀ ਨੂੰ ਸਿਹਾਰੀ। ਇਹ ਵੀ ਕਿਰਿਆ ਸੰਭਾਵੀ ਭਵਿੱਖਤ ਕਾਲ ਦੀ ਬਣ ਜਾਂਦੀ ਹੈ। ਮੇਰਾ ਮਨ ਤਨ ਸ਼ੀਤਲ ਹੋਏ, ਮਨ ਤਨ ਸ਼ੀਤਲ, ਅੰਤ ਵਿੱਚ ਔਂਕੜ ਹੈ, ਇੱਕ ਵਚਨ ਪੁਲਿੰਗ ਦਾ ਸੂਚਕ ਹੈ, ਉਚਾਰਨ ਦਾ ਹਿੱਸਾ ਨਹੀਂ ਹੋਏਗਾ। ਜਿਸ ਕਉ ਪੂਰਬ ਲਿਖਿਆ, ਜਿਸ ਕਉ ਪੂਰਬ ਲਿਖਿਆ, ਕੱਕਾ ਊੜੇ ਔਂਕੜ ਕਉ, ਪੂਰਬ ਲਿਖਿਆ। ਤਿਨ ਸਤਿਗੁਰ ਚਰਨ ਗਹੇ, ਸਫਲ ਮੂਰਤ ਸਫਲਾ ਘੜੀ। ਜਿਤ ਸੱਚੇ ਨਾਲ ਪਿਆਰ, ਦੁਖ ਸੰਤਾਪ ਨ ਲੱਗਈ। ਜਿਸ ਹਰ ਕਾ ਨਾਮ ਆਧਾਰ, ਬਾਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਬਾਹ ਪਕੜ, ਇਹਨੂੰ ਬਾਹ ਪਕੜ ਨਹੀਂ, ਬਾਹ ਪਕੜ, ਬਾਹ ਦੀ ਗੱਲ ਹੋ ਰਹੀ ਹੈ ਸਾਧ ਸੰਗਤ ਇੱਥੇ। ਸੋ ਬਾਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਇਸ ਰੂਪ 'ਚ ਆਪਾਂ ਪਾਠ ਕਰਾਂਗੇ। ਥਾਨ ਸੁਹਾਵਾ ਪਵਿੱਤ ਹੈ, ਜਿੱਥੈ ਸੰਤ ਸਭਾ। ਸਭਾ ਪਾਠ ਕਰਾਂਗੇ, ਇਹਨੂੰ ਸਭਾ ਇੱਦਾਂ ਨਹੀਂ ਪੜਾਂਗੇ, ਸਭਾ, ਸਭਾ ਦੀ ਗੱਲ ਹੋ ਰਹੀ ਹੈ ਇੱਥੇ।
ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ। ਇੱਥੇ ਲੱਭਾ ਪਾਠ ਹੋਏਗਾ। ਲੱਭ ਪਿਆ ਮਤਲਬ ਨਾਨਕ ਬੱਧਾ ਘਰ ਤਹਾਂ ਜਿਥੈ ਮਿਰਤ ਨ ਜਨਮ ਜਰਾ। ਨਾਨਕ ਵਿਸ਼ਰਾਮ ਬੱਧਾ ਘਰ ਤਹਾਂ, ਤਹਾਂ ਪਾਠ ਹੋਏਗਾ, ਇੱਥੇ ਵਿਸ਼ਰਾਮ ਆਏਗਾ। ਜਿਥੈ ਮਿਰਤ ਨ ਜਨਮ ਜਰਾ। ਸ੍ਰੀ ਰਾਗ ਮਹਲਾ ਪੰਜਵਾਂ। ਸੋਈ ਧਿਆਈਐ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ। ਸਿਰ ਸ਼ਾਹਾਂ ਪਾਤਸ਼ਾਹ, ਸ਼ਾਹਾਂ ਪਾਠ ਹੋਏਗਾ। ਹਾਹੇ ਨੂੰ ਕੰਨਾ ਹੈ, ਬਹੁਵਚਨੀ ਸ਼ਬਦ ਹੈ। ਮਤਲਬ ਸ਼ਾਹਾਂ ਦੇ ਵੀ ਸਿਰੇ ਦਾ ਪਾਤਸ਼ਾਹ, ਸਭ ਤੋਂ ਵੱਡਾ ਪਾਤਸ਼ਾਹ। ਸਿਰ ਸ਼ਾਹਾਂ ਪਾਤਸ਼ਾਹ, ਪਾਤਸ਼ਾਹ ਪਾਠ ਕਰਾਂਗੇ ਆਪਾਂ ਸਾਧ ਸੰਗਤ। ਹਾਹੇ ਨੂੰ ਔਂਕੜ ਬੋਲਾਂਗੇ ਨਹੀਂ। ਹਾਹੇ ਨੂੰ, ਪਾਤਸ਼ਾਹ ਦੇ ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਸਿਰ ਸ਼ਾਹਾਂ ਪਾਤਸ਼ਾਹ। ਤਿਸ ਹੀ ਕੀ ਕਰ ਆਸ ਮਨ ਜਿਸ ਕਾ ਸਬਸ ਵਿਸਾਹ। ਇੱਥੇ ਵੀ ਵਿਸਾਹ ਹੋ ਨਹੀਂ ਪੜਾਂਗੇ ਆਪਾਂ, ਵਿਸਾਹ ਪੜਾਂਗੇ। ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਹੈ। ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ। ਸਭ ਸਿਆਣਪਾਂ ਛੱਡ ਕੇ, ਸਭ ਸਿਆਣਪਾਂ ਇੱਦਾਂ ਪਾਠ ਕਰਾਂਗੇ। ਛੱਡ ਕੇ ਪਾਠ ਕਰਾਂਗੇ। ਗੁਰ ਕੀ ਚਰਨੀ ਪਾਹ, ਪੱਪੇ ਕੰਨਾ ਹਾਹੇ ਔਂਕੜ ਪਾਹੋ, ਇੱਦਾਂ ਪਾਠ ਨਹੀਂ ਕਰਾਂਗੇ। ਪਾਹ ਪਾਠ ਕਰਾਂਗੇ ਆਪਾਂ ਇਸ ਦਾ। ਮਨ ਮੇਰੇ, ਵਿਸ਼ਰਾਮ ਆਏਗਾ ਇੱਥੇ ਕਿਉਂਕਿ ਸੰਬੋਧਨੀ ਕਾਰਕ ਹੈ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਉ। ਇਹਨੂੰ ਨਾਉ ਪਾਠ ਨਹੀਂ ਕਰਾਂਗੇ ਆਪਾਂ, ਨਾਉ। ਆਠ ਪਹਿਰ ਪ੍ਰਭ ਧਿਆਏ ਤੂੰ। ਆਠ ਪਹਿਰ ਪ੍ਰਭ ਧਿਆਏ ਤੂੰ। ਗੁਣ ਗੋਬਿੰਦ ਨਿਤ ਗਾਓ ਰਹਾਉ। ਤਿਸ ਕੀ ਸ਼ਰਨੀ ਪਰ ਮਨਾ ਜਿਸ ਜੇਵੜ ਅਵਰ ਨ ਕੋਏ। ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨ ਮੂਲੇ ਹੋਏ। ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ। ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ। ਸੁਖ ਦਾਤਾ ਦੁਖ ਭੈ ਭੰਜਨੋ ਤਿਸ ਆਗੈ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ। ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਉ। ਥਾਉ ਪਾਠ ਕਰਾਂਗੇ ਆਪਾਂ। ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਉ। ਕੀਮਤ ਕਹਿ ਨਾ ਸਕਾਉ, ਕਹਿ ਨਾ ਸਕਾਉ ਪਾਠ ਕਰਾਂਗੇ ਆਪਾਂ। ਅਰਥ ਬਣੇਗਾ ਮੈਂ ਕੀਮਤ ਨਹੀਂ ਕਹਿ ਸਕਦਾ। ਉੱਤਮ ਪੁਰਖ ਦੀ ਗੱਲ ਇਸ ਸ਼ਬਦ ਵਿੱਚੋਂ ਹੋ ਰਹੀ ਹੈ। ਨਾਨਕ ਕਉ ਪ੍ਰਭ ਮਾਇਆ ਕਰ। ਨਾਨਕ ਕਉ, ਇੱਥੇ ਆਪਾਂ ਨਾਨਕ ਸ਼ਬਦ ਤੇ ਵਿਸ਼ਰਾਮ ਨਹੀਂ ਦਿਆਂਗੇ। ਕਿਉਂ? ਕਿਉਂਕਿ ਇੱਥੇ ਨਾਨਕ ਸ਼ਬਦ ਦੇ ਨਾਲ ਕਉ ਸੰਬੰਧਕ ਆ ਗਿਆ ਹੈ। ਜਦੋਂ ਨਾਮ ਨਾਲ ਸੰਬੰਧਕ ਸ਼ਬਦ ਆ ਜਾਏ ਉਦੋਂ ਨਾਮ ਤੇ ਵਿਸ਼ਰਾਮ ਨਹੀਂ ਹੁੰਦਾ ਹੈ। ਨਾਨਕ ਕਉ ਪ੍ਰਭ ਮਾਇਆ ਕਰ। ਪ੍ਰਭ ਇੱਥੇ ਸੰਬੋਧਨੀ ਰੂਪ ਹੈ। ਮਤਲਬ ਹੇ ਪ੍ਰਭੂ ਜੀ, ਨਾਨਕ ਜੀ ਮਹਾਰਾਜ ਕਹਿ ਰਹੇ ਨੇ ਮੇਰੇ ਉੱਤੇ ਕਿਰਪਾ ਕਰੋ। ਸੱਚ ਦੇਵੋ ਆਪਣਾ ਨਾਉ। ਸੱਚ ਦੇਵੋ ਆਪਣਾ, ਆਪਣਾ ਆੜਾ ਪੱਪੀ ਨੂੰ ਔਂਕੜ ਨਾਣੇ ਨੂੰ ਕਰਨਾ, ਆਪਣਾ ਨਾਉ। ਸ੍ਰੀ ਰਾਗ ਮਹਲਾ ਪੰਜਵਾਂ। ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ। ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ। ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ। ਮੇਰੇ ਮਨ ਹਰ ਹਰ ਨਾਮ ਧਿਆਏ। ਮੇਰੇ ਮਨ ਹਰ ਹਰ ਨਾਮ ਧਿਆਏ। ਮੇਰੇ ਮਨ, ਇੱਥੇ ਵਿਸ਼ਰਾਮ ਆਏਗਾ। ਸੰਬੋਧਨੀ ਕਾਰਕ ਹੈ। ਨਾਮ ਸਹਾਈ ਸਦਾ ਸੰਗ ਆਗੈ ਲਏ ਛਡਾਏ ਰਹਾਉ। ਦੁਨੀਆ ਕੀਆਂ ਵਡਿਆਈਆਂ ਕਵਨੈ ਆਵਹਿ ਕਾਮ। ਦੁਨੀਆ ਕੀਆਂ ਵਡਿਆਈਆਂ, ਕੀਆਂ ਸ਼ਬਦ ਇੱਥੇ ਸੰਬੰਧਕ ਹੈ ਤੇ ਸੰਬੰਧਕ ਵੀ ਬਹੁਵਚਨੀ ਹੈ। ਇਸ ਲਈ ਆਪਾਂ ਇਸ ਨੂੰ ਕੀਆ ਇੱਦਾਂ ਪਾਠ ਨਹੀਂ ਕਰਾਂਗੇ। ਦੁਨੀਆ ਕੀਆਂ ਵਡਿਆਈਆਂ ਮਤਲਬ ਦੁਨੀਆ ਦੀਆਂ ਵਡਿਆਈਆਂ, ਇੱਦਾਂ ਇਸ ਦਾ ਅਰਥ ਬਣੇਗਾ। ਕਵਨੈ ਆਵਹਿ ਕਾਮ। ਆਵਹਿ ਬਹੁਵਚਨੀ ਕਿਰਿਆ ਹੈ, ਵਰਤਮਾਨ ਕਾਲ ਅਨਪੁਰਖ ਦੀ। ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ। ਨਿਦਾਨ ਪਾਠ ਕਰਾਂਗੇ ਆਪਾਂ, ਦੱਦਾ ਹੈ, ਨਿਧਾਨ ਪਾਠ ਨਹੀਂ ਹੋਏਗਾ ਇਸ ਦਾ। ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ ਤੇ ਨਿਦਾਨ ਦਾ ਅਰਥ ਹੁੰਦਾ ਹੈ ਅੰਤ ਨੂੰ। ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ। ਸਾਧੂ ਕੀ ਹੋ ਰੇਣੁਕਾ ਆਪਣਾ ਆਪ ਤਿਆਗ। ਸਾਧੂ ਕੀ ਹੋ ਰੇਣੁਕਾ,
ਇਹਨੂੰ ਵੀ ਹੋ ਪਾਠ ਨਹੀਂ ਕਰਨਾ। ਹੋ ਰੇਣੂਕਾ, ਹਾਹੇ ਨੂੰ ਹੋੜਾ, ਹਾਹੇ ਨੂੰ ਔਂਕੜ। ਇਹਦਾ ਉਚਾਰਨ ਬਸ ਹੋ ਇੱਦਾਂ ਉਚਾਰਨ ਹੋਏਗਾ। ਸਾਧੂ ਕੀ ਹੋ ਰੇਣੂਕਾ, ਆਪਣਾ ਆਪ ਤਿਆਗ, ਉਪਾਵ ਸਿਆਣਪ ਸਗਲ ਛੱਡ, ਗੁਰ ਕੀ ਚਰਨੀ ਲਾਗ, ਤਿਸਹਿ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੈ ਭਾਗ। ਤਿਸਹਿ ਤੱਤੇ ਨੂੰ ਸਿਹਾਰੀ, ਸੱਸਾ ਹਾਹੇ ਨੂੰ ਸਿਹਾਰੀ। ਇਹ ਕਾਰਕ ਹੈ ਸਾਧ ਸੰਗਤ। ਤੇ ਆਪਾਂ ਪਿੱਛੇ ਸਮਝ ਕੇ ਆਏ ਹਾਂ ਵੀ ਜਦੋਂ ਨਾਮ ਜਾਂ ਪੜਨਾਮ ਨਾਲ ਹਾਹੇ ਨੂੰ ਸਿਹਾਰੀ ਆਉਂਦੀ ਹੈ, ਉਦੋਂ ਉਸ ਦਾ ਉਚਾਰਨ ਨਾਸਕੀ ਨਹੀਂ ਹੁੰਦਾ। ਕਿਰਿਆ ਨਾਲ ਹਾਹੇ ਨੂੰ ਸਿਹਾਰੀ ਅੰਤ ਵਿੱਚ ਆ ਜਾਏ, ਉਚਾਰਨ ਨਾਸਕੀ ਹੈ। ਪਰ ਜਦੋਂ ਨਾਮ ਨਾਲ ਹਾਹੇ ਨੂੰ ਸਿਹਾਰੀ ਆ ਜਾਏ ਜਾਂ ਪੜਨਾਮ ਨਾਲ, ਉਦੋਂ ਉਚਾਰਨ ਨਾਸਕੀ ਨਹੀਂ ਹੁੰਦਾ। ਇਸ ਲਈ ਆਪਾਂ ਇਸ ਦਾ ਪਾਠ ਕਰਾਂਗੇ। ਤਿਸਹਿ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੈ ਭਾਗ, ਤਿਸਹਿ ਪ੍ਰਾਪਤ ਭਾਈ ਹੋ, ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ, ਨਾਨਕ ਕਉ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਨਾਨਕ ਕਉ ਗੁਰ ਭੇਟਿਆ, ਇੱਥੇ ਵੀ ਕਉ ਸੰਬੰਧਕ ਨਾਮ ਦੇ ਨਾਲ ਆਇਆ। ਨਾਨਕ ਸ਼ਬਦ ਦੇ ਨਾਲ ਸੰਬੰਧਕ ਸ਼ਬਦ ਆਇਆ ਹੈ ਕਉ। ਇਸ ਲਈ ਆਪਾਂ ਨਾਨਕ ਸ਼ਬਦ ਉੱਪਰ ਵਿਸ਼ਰਾਮ ਨਹੀਂ ਦੇਵਾਂਗੇ। ਨਾਨਕ ਕਉ ਗੁਰ ਭੇਟਿਆ, ਬਿਨਸੇ ਸਗਲ ਸੰਤਾਪ। ਸ੍ਰੀ ਰਾਗ ਮਹੱਲਾ ਪੰਜਵਾਂ। ਇਹ 45 ਨੰਬਰ ਅੰਗ ਸਾਧ ਸੰਗਤ ਸ਼ੁਰੂ ਹੋ ਚੁੱਕਿਆ ਹੈ। ਆਪ ਜੀ ਲਿਖਦੇ ਹਨ, ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ। ਇੱਕ ਪਛਾਣੂ ਜੀ ਕਾ, ਇਹਨੂੰ ਜੀਆ ਕਾ ਇੱਦਾਂ ਪਾਠ ਨਹੀਂ ਕਰਨਾ। ਜੀ ਕਾ, ਜੱਜੇ ਨੂੰ ਬਿਹਾਰੀ ਐੜਾ ਮੁਕਤਾ। ਐੜਾ ਮੁਕਤਾ ਜੋ ਹੈ ਉਹ ਜੀ ਦੀ ਧੁਨੀ ਨੂੰ ਲੰਮਾ ਕਰ ਦੇਗਾ। ਜੀ ਕਾ ਇੱਕੋ ਰੱਖਣ ਹਾਰ, ਇਕਸ ਕਾ ਮਨ ਆਸਰਾ, ਇੱਕੋ ਪ੍ਰਾਨ ਆਧਾਰ, ਤਿਸ ਸ਼ਰਨਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰ। ਮਨ ਮੇਰੇ ਸਗਲ ਉਪਾਵ ਤਿਆਗ। ਮਨ ਮੇਰੇ, ਇੱਥੇ ਵਿਸ਼ਰਾਮ ਆਏਗਾ, ਸੰਬੋਧਨੀ ਕਾਰਕ ਹੈ। ਗੁਰ ਪੂਰਾ ਆਰਾਧ ਨਿਤ, ਇਕਸ ਕੀ ਲਿਵ ਲਾਗ। ਗੁਰ ਪੂਰਾ ਆਰਾਧ ਨਿਤ, ਇੱਥੇ ਵਿਸ਼ਰਾਮ ਆਏਗਾ, ਇਕਸ ਕੀ ਲਿਵ ਲਾਗ। ਰਹਾਉ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ, ਇੱਕੋ ਭਾਈ, ਇੱਥੇ ਵਿਸ਼ਰਾਮ, ਮਿੱਤ ਇੱਕ। ਮਿੱਤ ਤੇ ਇੱਕ ਦੋਵਾਂ ਥਾਵਾਂ ਦੇ ਅੰਤ ਵਿੱਚ ਔਂਕੜ ਹੈ। ਇਹਨੂੰ ਆਪਾਂ ਮਿੱਤੋ ਇੱਕੋ ਨਹੀਂ ਪੜਾਂਗੇ। ਔਂਕੜ ਇੱਕ ਵਚਨ ਪੁਲਿੰਗ ਦਾ ਸੂਚਕ ਹੈ, ਸਾਈਲੈਂਟ ਰਹੇਗਾ। ਇਕਸ ਕੀ ਲਿਵ ਲਾਗ। ਰਹਾਉ। ਇੱਕੋ ਭਾਈ ਮਿੱਤ ਇੱਕ, ਇੱਕੋ ਮਾਤ ਪਿਤਾ, ਇਕਸ ਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ। ਸੋ ਪ੍ਰਭ ਮਨਹੁ ਨ ਵਿਸਰੈ, ਜਿਨ ਸਭ ਕਿਛ ਵਸ ਕੀਤਾ। ਘਰ ਇੱਕੋ, ਬਾਹਰ ਇੱਕੋ, ਥਾਨ ਥਨੰਤਰ ਆਪ। ਘਰ ਰਾਰੇ ਨੂੰ ਸਿਹਾਰੀ ਹੈ, ਸਾਈਲੈਂਟ ਰਹੇਗੀ, ਕਾਰਕ ਕਰਕੇ ਆਈ ਹੈ। ਬਾਹਰ ਇੱਕੋ, ਬਾਹਰ ਦੇ ਰਾਰੇ ਨੂੰ ਸਿਹਾਰੀ ਹੈ, ਸਾਈਲੈਂਟ ਰਹੇਗੀ, ਕਾਰਕੀ ਚਿੰਨ੍ਹ ਵਜੋਂ ਆਈ ਹੈ। ਥਾਨ ਥਨੰਤਰ ਆਪ, ਆਪ ਦੇ ਪੱਪੇ ਨੂੰ ਸਿਹਾਰੀ ਹੈ, ਇੱਥੇ ਵੀ ਸਾਈਲੈਂਟ ਰਹੇਗੀ, ਕਾਰਕੀ ਚਿੰਨ੍ਹ ਕਰਕੇ ਆਈ ਹੈ। ਜੀ ਜੰਤ ਸਭ ਜਿਨ ਦੀਏ, ਜਿਨ ਕੀਏ, ਆਠ ਪਹਿਰ ਤਿਸ ਜਾਪ। ਇਕਸ ਸੇਤੀ ਰੱਤਿਆਂ, ਨ ਹੋਵੀ ਸੋਗ ਸੰਤਾਪ। ਇਕਸ ਸੇਤੀ ਰੱਤਿਆਂ, ਰੱਤਿਆਂ ਪਾਠ ਕਰਾਂਗੇ ਆਪਾਂ ਇਸ ਦਾ। ਇਹਨੂੰ ਰੱਤਿਆ ਇੱਦਾਂ ਨਹੀਂ ਪੜਾਂਗੇ, ਰੱਤਿਆਂ। ਇਹਦਾ ਅਰਥ ਬਣੇਗਾ ਰੰਗੇ ਜਾਣ ਨਾਲ, ਕਰਨ ਕਾਰਕ ਦਾ ਅਰਥ ਦੇਵੇਗਾ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਏ। ਜੀਉ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ। ਗੁਰ ਪੂਰੈ ਪੂਰਾ ਭਇਆ, ਜਪ ਨਾਨਕ ਸੱਚਾ ਸੋਏ। ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ। ਸਿਉ ਪਾਠ ਕਰਾਂਗੇ, ਸਿਉ ਪਾਠ ਨਹੀਂ ਕਰਾਂਗੇ। ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ, ਸੇ ਪੂਰੇ ਪ੍ਰਧਾਨ। ਜਿਨ ਕਉ ਆਪ ਦਇਆਲ ਹੋਏ, ਤਿਨ ਉਪਜੈ ਮਨ ਗਿਆਨ। ਜਿਨ ਕਉ ਮਸਤਕ ਲਿਖਿਆ, ਤਿਨ ਪਾਇਆ ਹਰ ਨਾਮ। ਮਨ ਮੇਰੇ ਇੱਕੋ ਨਾਮ ਧਿਆਏ। ਮਨ ਮੇਰੇ ਏਕੋ ਨਾਮ ਧਿਆਏ, ਖਿਮਾ ਕਰਨਾ, ਏਕੋ। ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁੱਖਾਂ ਸੁਖ ਊਪਜਹਿ, ਦਰਗਾਹ ਪੈਦਾ ਜਾਏ। ਰਹਾਉ।
ਸਰਬ ਸੁੱਖਾਂ, ਸੁੱਖਾਂ ਪਾਠ ਹੋਏਗਾ ਨੂੰ ਸੁਖਾ ਪਾਠ ਨਹੀਂ ਹੋਏਗਾ। ਸੁੱਖਾਂ ਬਹੁਵਚਨ ਸ਼ਬਦ ਹੈ, ਆਪਾਂ ਇਸ ਨੂੰ ਸੁੱਖਾਂ ਪੜਾਂਗੇ। ਉਪਜਹਿ, ਊਪਜਹਿ, ਊਪਜਹਿ ਪੜਾਂਗੇ ਆਪਾਂ। ਇਹ ਬਹੁਵਚਨੀ ਕਿਰਿਆ ਹੈ, ਅਨਪੁਰਖ ਕਰਤ ਆਪਣਾ ਵਰਤਮਾਨ ਕਾਲ ਦੀ। ਉਸੇ ਤਰ੍ਹਾਂ ਦਰਗਾਹ ਪੈਦਾ ਜਾਏ, ਇਹਨੂੰ ਵੀ ਦਰਗਾਹ ਨਹੀਂ ਪੜਾਂਗੇ ਆਪਾਂ, ਦਰਗਾਹ ਪੈਦਾ ਜਾਏ। ਰਹਾਉ ਜਨਮ ਮਰਨ ਕਾ ਭਾਉ ਗਿਆ, ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਿਪਾਲ। ਜਨਮ ਮਰਨ ਕੀ ਮਲ ਕੱਟੀ ਐ, ਗੁਰਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਪਾਰ ਬ੍ਰਹਮ ਮੱਮੇ ਨੂੰ ਔਂਕੜ, ਪ੍ਰਭ ਭੱਬੇ ਨੂੰ ਔਂਕੜ, ਦੋਵੇਂ ਥਾਵਾਂ ਤੇ ਸਾਈਲੈਂਟ ਰਹਿਣਗੇ। ਇੱਕ ਵਚਨ ਪੁਲਿੰਗ ਦੀ ਨਿਸ਼ਾਨੀ ਵਜੋਂ ਆਏ ਹਨ। ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਏ, ਤਿਸ ਸ਼ਰਨਾਈ ਛੁਟੀਐ, ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ, ਤਿਨ ਕੀ ਸ਼ੋਭਾ ਨਿਰਮਲੀ, ਪ੍ਰਗਟ ਭਈ ਜਹਾਨ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਜਿਨੀ ਮੇਰਾ ਪ੍ਰਭ ਧਿਆਇਆ, ਵਿਸ਼ਰਾਮ, ਨਾਨਕ ਵਿਸ਼ਰਾਮ, ਤਿਨ ਕੁਰਬਾਨ। ਸੋ ਇੱਦਾਂ ਆਪਾਂ ਪਾਠ ਕਰਾਂਗੇ। ਇੱਥੇ 45 ਨੰਬਰ ਅੰਕ ਤੱਕ ਸਾਧ ਸੰਗਤ ਆਪਾਂ ਪਾਠ ਸਮਝ ਲਿਆ ਹੈ। ਇਸ ਤੋਂ ਅੱਗੇ 46 ਨੰਬਰ ਅੰਕ ਤੋਂ ਲੈ ਕੇ 50 ਨੰਬਰ ਅੰਕ ਤੱਕ ਆਪਾਂ ਅਗਲੇ ਹਿੱਸੇ ਵਿੱਚ ਵਿਚਾਰ ਨੂੰ ਸਾਂਝਾ ਕਰਾਂਗੇ। ਇੰਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।